ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਪਜੀ ਸਾਹਿਬ ਦੀ 18ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਸਾਹਿਬ ਕੁਦਰਤ ਦੀ ਵਿਚਾਰ ਨੂੰ ਅੱਗੇ ਤੋੜਦੇ ਹੋਏ, ਅੱਗੇ ਵਧਾਉਂਦੇ ਹੋਏ ਸਾਨੂੰ ਦੱਸਣਾ ਚਾਹੁੰਦੇ ਆ ਕਿ ਜਿੱਥੇ ਇਸ ਕੁਦਰਤ ਵਿੱਚ ਫੁੱਲਾਂ ਵਰਗੀ ਖੁਸ਼ਬੂ ਵੀ ਹੈ, ਵਧੀਆ ਤੋਂ ਵਧੀਆ ਰੂਪ ਰੰਗ ਵੇਖਣ ਨੂੰ ਮਿਲਦੇ ਆ, ਉਹਦੇ ਨਾਲ ਹੀ ਕਿਤੇ ਨਾ ਕਿਤੇ ਨਾਲੇ ਵਰਗੀ ਬਦਬੂ ਵੀ ਮੌਜੂਦ ਹੈ। ਕਹਿਣ ਤੋਂ ਭਾਵ ਹੀਰੇ ਮੋਤੀ ਵੀ ਇੱਥੇ ਹਨ ਤੇ ਕੰਕੜ ਵੀ ਇੱਥੇ ਹਨ। ਬੰਦਿਆ ਤੇਰੇ ਤੇ ਆ, ਤੂੰ ਕੀ ਚੁਗਣਾ ਚਾਹੁੰਦਾ ਹੈ? ਤੂੰ ਹੰਸ ਬਣਨਾ ਚਾਹੁੰਦਾ ਹੈ ਜਾਂ ਕਾਂ ਬਣਨਾ ਚਾਹੁੰਦਾ? ਤੇ ਤੂੰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਹੈ? ਕੀ ਤੂੰ ਉਹਨਾਂ ਵਿੱਚ ਆਉਣਾ ਚਾਹੁੰਦਾ ਹੈ ਜਿਹੜੇ ਚੰਗੇ ਐਗਜ਼ਾਮਪਲ ਗੁਰੂ ਸਾਹਿਬ ਨੇ ਸਾਡੇ ਨਾਲ ਸ਼ੇਅਰ ਕੀਤੇ ਸਨ, ਅਸੰਖ ਜਪ ਅਸੰਖ ਭਾਵ ਵਾਲੇ, ਜਾਂ ਫਿਰ ਤੂੰ ਕੁਝ ਅਜਿਹੇ ਐਗਜ਼ਾਮਪਲਸ ਵਿੱਚ ਆਪਣੀ ਗਿਣਤੀ ਕਰਵਾਉਣਾ ਚਾਹੁੰਦਾ ਹੈ? ਇਹ ਤੇਰੇ ਤੇ ਆ, ਜੋ ਗੁਰੂ ਸਾਹਿਬ ਸਾਨੂੰ ਇਸ ਪੌੜੀ ਵਿੱਚ ਦੇ ਰਹੇ ਹਨ। ਅਸੰਖ ਮੂਰਖ ਅੰਧ ਘੋਰ, ਇਸ ਕੁਦਰਤ ਵਿੱਚ ਅਸੰਖ ਹੀ ਮੂਰਖ ਹਨ, ਇੱਕ ਨਹੀਂ ਦੋ ਨਹੀਂ, ਅਸੰਖ ਹੀ ਅੰਧ ਘੋਰ, ਯਾਨੀ ਕਿ ਬਹੁਤ ਜ਼ਿਆਦਾ ਡੂੰਘਾਈ ਵਾਲੇ, ਜਿਹੜੇ ਅੰਧਕਾਰ ਵਿੱਚ ਆਪਣਾ ਜੀਵਨ ਜਿਹੜਾ ਉਹ ਬਤੀਤ ਕਰਦੇ ਆ। ਮੂਰਖ ਕਿਹਨੂੰ ਕਿਹਾ ਗਿਆ ਹੈ? ਜਿਹੜਾ ਹਮੇਸ਼ਾ ਆਪਣੀ ਗੱਲ ਨੂੰ ਅੱਗੇ ਰੱਖਦਾ ਹੈ, ਮੂੰਹ ਰੱਖ, ਯਾਨੀ ਆਪਣੇ ਮੂੰਹ ਦੀ ਜਿਹੜੀ ਗੱਲ ਹੈ ਨਾ, ਉਸ ਨੂੰ ਹਮੇਸ਼ਾ ਹੀ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਗੁਰੂ ਸਾਹਿਬ ਦੀ ਸੁਣਨ ਦੀ ਘੱਟ ਕੋਸ਼ਿਸ਼ ਕਰਦਾ ਹੈ ਤੇ ਆਪਣੀ ਗੱਲ ਜਿਹੜੀ ਆ ਉਹ ਸੁਣਾਉਣ ਦੀ ਜ਼ਿਆਦਾ ਕੋਸ਼ਿਸ਼ ਕਰਦਾ ਹੈ। ਅਜਿਹੇ ਮਨੁੱਖ ਜਿਹੜੇ ਆ ਉਹ ਕੁਦਰਤ ਵਿੱਚ ਮੌਜੂਦ ਹਨ। ਅਸੰਖ ਚੋਰ ਹਰਾਮਖੋਰ, ਅਜਿਹੇ ਵੀ ਮਨੁੱਖ ਇਸ ਦੁਨੀਆ ਵਿੱਚ ਹਨ ਜਿਹੜੇ ਸਿਰਫ ਤੇ ਸਿਰਫ ਚੋਰੀ ਹੀ ਕਰਨ ਨੂੰ ਸਮਝਦੇ ਆ ਕਿ ਜੀਵਨ ਮਿਲਿਆ। ਹਰਾਮਖੋਰ ਹੁੰਦਾ ਹੈ ਜਿਹੜਾ ਹਰਾਮਖੋਰੀ ਕਰੇ, ਕਹਿਣ ਤੋਂ ਭਾਵ ਜਿਹੜਾ ਪਰਾਇਆ ਹੱਕ ਖਾਏ, ਜਿਹੜਾ ਪਰਾਇਆ ਹੱਕ ਮਾਰ ਲਵੇ, ਉਹ ਹਰਾਮਖੋਰ ਹੈ। ਹੁਣ ਅਸੀਂ ਵੇਖਣਾ ਹੈ, ਜੇ ਅਸੀਂ ਵੀ ਕਿਸੇ ਦਾ ਪੈਸਾ ਮਾਰਿਆ, ਜੇ ਕਿਸੇ ਦਾ ਕਰਜ਼ਾ ਜਿਹੜਾ ਮਾਰ ਦਿੱਤਾ, ਤੇ ਕਿਤੇ ਨਾ ਕਿਤੇ ਅਸੀਂ ਵੀ ਅਜਿਹੀ ਗਿਣਤੀ ਵਿੱਚ ਆ ਜਾਵਾਂਗੇ। ਚੋਰ, ਗੁਰੂ ਸਾਹਿਬ ਕਹਿੰਦੇ ਆ ਚੋਰੀ ਕਰਨ ਵਾਲੇ ਨੂੰ, ਪਰ ਅਸੀਂ ਆਪਣੇ ਆਪ ਨੂੰ ਚੋਰ ਨਹੀਂ ਅਖਵਾਰੇ ਹੋਵਾਂਗੇ। ਅਸੀਂ ਸੋਚਦੇ ਹਾਂ ਕਿ ਅਸੀਂ ਤੇ ਚੋਰ ਨਹੀਂ ਹੈਗੇ, ਅਸੀਂ ਕੋਈ ਚੋਰੀ ਨਹੀਂ ਕੀਤੀ, ਪਰ ਥੋੜਾ ਜਿਹਾ ਜਦ ਧਿਆਨ ਨਾਲ ਝਾਤ ਮਾਰਦੇ ਹਾਂ ਆਪਣੇ ਵੱਲ ਡੂੰਘਾਈ ਦੇ ਨਾਲ, ਤੇ ਸਮਝ ਆਉਂਦੀ ਹੈ ਕਿਤੇ ਨਾ ਕਿਤੇ ਅਸੀਂ ਵੀ ਚੋਰ ਹਾਂ। ਕਿਉਂ? ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਜਿਹੜੇ ਸਵਾਸਾਂ ਦੀ ਪੂੰਜੀ ਬਖਸ਼ੀ ਹੈ, 24 ਘੰਟੇ ਵਿੱਚ ਅਸੀਂ ਕੀ ਕਰਦੇ ਹਾਂ ਜੀ? ਉਹ ਪੂਰੀ ਦੀ ਪੂਰੀ ਜਿਹੜੀ ਪੂੰਜੀ ਹੈ ਉਹ ਚੋਰੀ ਕਰ ਲੈਂਦੇ ਹਾਂ। ਅਸੀਂ ਜੋ ਗੁਰੂ ਸਾਹਿਬ ਨੇ ਸਾਨੂੰ ਧਨ ਦੌਲਤ ਬਖਸ਼ੀ ਹੈ, ਕਿਤੇ ਨਾ ਕਿਤੇ ਉਸ ਨੂੰ ਵੀ ਅਸੀਂ ਉਸ ਨੂੰ ਵਾਪਸ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਮਨੁੱਖਤਾ ਲਈ ਖਰਚ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਕਿਤੇ ਨਾ ਕਿਤੇ ਉਸ ਨੂੰ ਵੀ ਅਸੀਂ ਦਬਾ ਕੇ ਰੱਖਦੇ ਹਾਂ। ਤੇ ਅਜਿਹੇ ਹੋਰ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ, ਪਰ ਇਸ਼ਾਰਾ ਮਾਤਰ ਸਿਰਫ ਦੱਸ ਰਿਹਾ ਜੀ।
ਕਿ ਕਿਤੇ ਨਾ ਕਿਸੇ ਅਸੀਂ ਵੀ ਚੋਰ ਹਾਂ। ਇੱਕ ਹੋਰ ਫਰਮਾਨ ਆਉਂਦਾ ਹੈ ਕਿ ਬਿਨ ਨਾਵੈ ਸਭ ਚੋਰ। ਜਿਹੜੇ ਨਾਮ ਨਹੀਂ ਜਪਦੇ ਨਾ ਕਿਤੇ ਗੁਰੂ ਦੀ ਨਜ਼ਰ ਵਿੱਚ ਉਹ ਵੀ ਚੋਰ ਹੈ, ਕਿਉਂਕਿ ਉਹ ਇਸ ਜ਼ਿੰਦਗੀ ਵਿੱਚੋਂ ਜਿਹੜੇ ਦੇ ਅਨਮੋਲਕ ਸਵਾਸ ਨੇ ਨਾ ਉਸ ਦੀ ਚੋਰੀ ਕਰਦੇ ਪਏ ਆ। ਉਹਨਾਂ ਨੂੰ ਸਮਝ ਨਹੀਂ ਆ ਰਹੀ ਹੈ ਸਵਾਸਾਂ ਦੀ ਪੂੰਜੀ ਜਿਹੜੀ ਆ ਮੈਂ ਦੂਜੇ ਪਾਸੇ ਲਾਈ ਜਾ ਰਿਹਾ, ਮਾਇਆ ਵਿੱਚ ਖੁਆਰ ਹੋਈ ਜਾ ਰਿਹਾ। ਅਸਲ ਵਿੱਚ ਮੈਂ ਵੀ ਕਿਤੇ ਨਾ ਕਿਤੇ ਉਹ ਚੋਰ ਹੀ ਹਾਂ। ਹਰਾਮਖੋਰ ਦੱਸ ਦਿੱਤਾ, ਜਿਵੇਂ ਕਿ ਪਰਾਇਆ ਹੱਕ ਖਾਣ ਵਾਲੇ ਹਰਾਮਖੋਰ ਬੇਅੰਤ ਹੀ ਇਸ ਕੁਦਰਤ ਵਿੱਚ ਹਨ। ਅਸੰਖ ਅਮਰ ਕਰ ਜਾਹੇ ਜੋਰ। ਹੁਣ ਅਸੀਂ ਕਹਿੰਦੇ ਹਾਂ ਵੀ ਜਿਹੜਾ ਪੈਦਾ ਹੋਇਆ ਇੱਕ ਦਿਨ ਤੇ ਉਹਨੇ ਮਰਨਾ ਹੈ। ਬਿਲਕੁਲ ਇਹ ਸੱਚ ਹੈ ਕਿ ਜੋ ਇਸ ਦੁਨੀਆ ਵਿੱਚ ਸਰੀਰ ਧਾਰ ਕੇ ਆਇਆ ਉਹਨੇ ਇੱਕ ਦਿਨ ਇਹ ਸਰੀਰ ਛੱਡ ਕੇ ਜਾਣਾ ਹੀ ਜਾਣਾ। ਇਹ ਜਿਹੜਾ ਪੰਜ ਭੂਤਕ ਸਰੀਰ ਹੈ ਇਹ ਹਮੇਸ਼ਾ ਲਈ ਨਹੀਂ ਮਿਲਿਆ ਕਿਸੇ ਨੂੰ। ਤੇ ਗੁਰੂ ਸਾਹਿਬ ਨੇ ਸਾਨੂੰ 10 ਜਾਮਿਆਂ ਵਿੱਚ ਆਪ ਆ ਕੇ ਇਸ ਦਾ ਪ੍ਰੈਕਟੀਕਲ ਐਗਜ਼ਾਮਪਲ ਵੀ ਸਮਝਾਇਆ ਕਿ ਹਰ ਕਿਸੇ ਨੂੰ ਇੱਕ ਨਾ ਇੱਕ ਦਿਨ ਜਾਣਾ ਹੈ। ਪਰ ਫਿਰ ਅਮਰ ਕੌਣ ਹੋਇਆ? ਅਸੀਂ ਅਮਰ ਕਿਹਨੂੰ ਕਵਾਂਗੇ? ਇੱਥੇ ਤੇ ਆਇਆ ਅਮਰ ਕਿ ਅਮਰ ਹਨ, ਇਸ ਕੁਦਰਤ ਵਿੱਚ ਅਮਰ ਵੀ ਹਨ। ਕਰ ਜਾਹੇ ਜੋਰ। ਕਰ ਜਾਹੇ ਜੋਰ ਤੋਂ ਭਾਵ ਜਿਹੜੇ ਜ਼ੋਰ ਕਰ ਕਰਕੇ ਜ਼ੁਲਮ ਕਰ ਕਰਕੇ ਇਸ ਦੁਨੀਆ ਵਿੱਚ ਵਿਚਰਦੇ ਹਨ, ਇਸ ਦੁਨੀਆ ਤੋਂ ਜ਼ੋਰ ਕਰਦੇ ਕਰਦੇ ਹੀ ਜਾਂਦੇ ਆ। ਹੁਣ ਐਗਜ਼ਾਮਪਲ ਦਵਾਂਗਾ ਅਮਰ ਦਾ ਭਾਵ ਅਰਥ। ਅਮਰ ਦਾ ਭਾਵ ਅਰਥ ਹੈ ਕਿ ਨਾਮ ਨਹੀਂ ਮਿਟਦਾ। ਕਹਿਣ ਤੋਂ ਭਾਵ ਅਗਰ ਮੈਂ 2 ਨਾਮ ਲਵਾਂ ਹੁਣੇ, ਹਿਟਲਰ, ਇੱਕ ਹੋਰ ਨਾਮ ਲਵਾਂ ਔਰੰਗਜ਼ੇਬ, ਕੀ ਤੁਹਾਡੇ ਚਿੱਤ ਵਿੱਚ ਕੀ ਆ ਰਿਹਾ? ਉਸੇ ਵੇਲੇ ਛਵੀ ਆ ਜਾਏਗੀ ਕਿ ਇਹ ਜ਼ੋਰ ਤੇ ਜੁਰਮ ਕਮਾਉਣ ਵਾਲੇ ਮਨੁੱਖ ਸਨ। ਪਰ ਅੱਜ ਵੀ ਦੁਨੀਆ ਇਹਨਾਂ ਨੂੰ ਜਾਣਦੀ ਹੈ। ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਅਮਰ ਦਾ ਭਾਵ ਅਰਥ ਹੈ ਕਿ ਉਹਦਾ ਜਿਹੜਾ ਨਾਮ ਹੈ ਉਹ ਰਹਿੰਦਾ ਹੈ। ਪਰ ਕਿਸ ਲਈ ਰਹਿੰਦਾ ਹੈ? ਇਸ ਲਈ ਨਹੀਂ ਰਹਿੰਦਾ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਹਮੇਸ਼ਾ ਰਹੇਗਾ। ਉਹਨਾਂ ਨੂੰ ਸਦੀਆਂ ਤੱਕ ਜਿਹੜੀ ਦੁਨੀਆ ਹੈ, ਭਾਵੇਂ ਸਰੀਰਕ ਰੂਪ 'ਚ ਉਹ ਨਹੀਂ ਆ, ਪਰ ਕੀ ਉਹ ਇਸ ਦੁਨੀਆ ਤੋਂ ਜਾ ਸਕਦੇ? ਕਦੀ ਨਹੀਂ ਜਾ ਸਕਦੇ। ਉਹ ਵੀ ਤੇ ਅਮਰ ਆ। ਪਰ ਉਹਨਾਂ ਦਾ ਜਿਹੜਾ ਨਾਮ ਹੈ ਉਹ ਚੰਗਿਆਈ ਲਈ ਹੈ। ਪਰ ਜਿਹੜੇ ਮਨੁੱਖ ਜਿਹੜੇ ਧੱਕੇ ਕਰਕੇ ਦੁਨੀਆ ਵਿੱਚੋਂ ਗਏ ਆ ਉਹਨਾਂ ਦਾ ਜਿਹੜਾ ਨਾਮ ਹੈ ਤੇ ਉਹ ਵੀ ਅਮਰ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਬੁਰਾਈ ਦੀ ਨਜ਼ਰ ਪੱਖੋਂ ਉਹ ਅਮਰ ਹਨ। ਕਹਿਣ ਤੋਂ ਭਾਵ ਇਹ ਆ ਕਿ ਜਦ ਵੀ ਉਹਨਾਂ ਦਾ ਨਾਮ ਲਿੱਤਾ ਜਾਂਦਾ ਤੇ ਹਮੇਸ਼ਾ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਪੱਖੋਂ ਯਾਦ ਕੀਤਾ ਜਾਂਦਾ ਕਿ ਉਹ ਬੜੇ ਜ਼ੁਲਮੀ ਸਨ। ਹਿਟਲਰ ਨੂੰ ਕਿਉਂ ਯਾਦ ਕਰਦੀ ਦੁਨੀਆ? ਕਿ ਉਹ ਬੜਾ ਜ਼ੁਲਮੀ ਸੀ। ਤੇ ਇਸੇ ਤਰੀਕੇ ਦੇ ਨਾਲ ਅਮਰ ਦਾ ਭਾਵ ਅਰਥ ਅਸੀਂ ਲੈ ਸਕਦੇ ਹਾਂ ਕਿ ਨਾਮ ਨਹੀਂ ਮਿਟਦਾ। ਅਜਿਹੀ ਵੀ ਕੁਦਰਤ ਹੈਗੀ ਹੈ ਜਿਹੜਾ ਨਾਮ ਜਿਹੜਾ ਹੈ ਉਹ ਹਮੇਸ਼ਾ ਲਈ ਅਟਲ ਰਹਿੰਦਾ ਹੈ। ਤੇ ਅਸੰਖ ਗਲਵੱਡ ਹੱਤਿਆ ਕਮਾਹੀ। ਗਲ ਵੱਡ, ਹੁਣ ਦੇਖੋ ਕਿੰਨਾ ਸਾਫ਼ ਗੁਰੂ ਸਾਹਿਬ ਸਾਨੂੰ ਲਿਖ ਕੇ ਦੇ ਗਏ, ਪਹਿਲਾਂ ਹੀ ਲਿਖ ਕੇ ਦੇ ਗਏ। ਉਹਨਾਂ ਨੂੰ ਪਤਾ ਹੈ ਕਿ ਉਸ ਵੇਲੇ ਵੀ ਇਹ ਕੰਮ ਹੁੰਦਾ ਸੀ ਤੇ ਆਉਣ ਵਾਲੇ ਟਾਈਮ ਤੇ ਵੀ ਇਹ ਗੱਲ ਹੋਏਗੀ ਤੇ ਵਾਦ ਵਿਵਾਦ ਹੋਏਗਾ ਕਿ ਅਜਿਹੇ ਮਨੁੱਖ ਜਿਹੜੇ ਗਲੇ ਵੱਢਦੇ ਹਨ, ਉਹ ਭਾਵੇਂ ਕਿਸੇ ਵੀ ਜੀਵ ਦਾ ਹੋਵੇ, ਜਿਹਨੂੰ ਹਰ ਕਿਸੇ ਵਿੱਚ ਉਸ ਪਰਮਾਤਮਾ ਦੀ ਅੰਸ਼ ਨਜ਼ਰ ਨਹੀਂ ਆਉਂਦੀ, ਉਹ ਇਹ ਕਰਮ ਕਰਦੀ ਆ। ਤੇ ਅਸੰਖ ਗਲਵੱਡ ਲਿਖ ਦਿੱਤਾ, ਜਿਹੜੇ ਗਲੇ ਵੱਢ ਵੱਢ ਕੇ ਕੀ ਕਰਦੇ ਹਨ ਜੀ? ਹੱਤਿਆ ਕਮਾਹੇ, ਜਿਹੜੇ ਹੱਤਿਆਵਾਂ ਕਮਾਉਂਦੇ ਆ। ਗੁਰੂ ਸਾਹਿਬ ਨੇ ਆਪ ਪ੍ਰਮਾਣ ਦੇ ਦਿੱਤਾ ਕਿ ਜਿਹੜੇ ਗਲੇ ਵੱਢਦੇ ਆ ਨਾ, ਮਤ ਜਾਣਿਓ ਕਿ ਬਈ ਗੁਰੂ ਸਾਹਿਬ ਬੜੇ ਖੁਸ਼ ਹੋਣਗੇ। ਨਹੀਂ, ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਬਹਾਨੇ ਦੇ ਨਾਲ ਜਦ ਤੁਸੀਂ ਕਿਸੇ ਵੀ ਜੀਅ ਦਾ ਗਲਾ ਵੱਢ ਰਹੇ ਹੋ ਤੇ ਗੁਰੂ ਸਾਹਿਬ ਦੀ ਇਹ ਤੁਕ ਯਾਦ ਰੱਖਣਾ, ਅਸੰਖ ਗਲਵੱਡ ਹੱਤਿਆ ਕਮਾਹੇ। ਉਹ ਸਿਰਫ ਤੇ ਸਿਰਫ ਹੱਤਿਆ ਕਮਾ ਰਹੇ ਹਨ, ਉਹਨਾਂ ਨੂੰ ਕੋਈ ਫਲ ਨਹੀਂ ਮਿਲਣਾ। ਉਹ ਸਿਰਫ ਤੇ ਸਿਰਫ ਗੁਰੂ ਦੀ ਨਜ਼ਰ ਵਿੱਚ ਹੱਤਿਆਰੇ ਹੋਣਗੇ। ਤੇ ਗੁਰੂ ਸਾਹਿਬ ਸਾਡੇ ਸਿੱਧੀ ਗੱਲ ਕਰਨਾ ਜਿਹੜੀ ਆ ਉਹ ਬਿਲਕੁਲ ਠੀਕ ਸਮਝਦੇ ਆ। ਹੁਣ ਅਸੀਂ ਆਪ ਫੈਸਲਾ ਕਰਨਾ ਹੈ ਕਿ ਜੋ ਪਹਿਲੀ ਗੱਲ ਤੇ ਵੱਢਣਾ ਨਾ, ਉਹਦੇ ਬਾਅਦ ਖਾਣ ਵਾਲੀ ਗੱਲ ਤੇ ਦੂਜੀ ਹੈ। ਜਦ ਵੱਢਣਾ ਹੀ ਗਲਤ ਹੈ ਤੇ ਖਾਣਾ ਕਿੱਥੋਂ ਠੀਕ ਹੋਏਗਾ? ਇਹ ਅਸੀਂ ਆਪ ਫੈਸਲਾ ਲੈਣਾ ਹੈ। ਕਿਉਂਕਿ ਅਸੀਂ ਪਹਿਲਾਂ ਵੀ ਪੜ੍ਹਿਆ ਸੀ, ਧੌਲ ਧਰਮ ਦਇਆ ਕਾ ਪੂਤ। ਤੇ ਦਇਆ, ਜਿਹਦੇ ਅੰਦਰ ਦਇਆ ਨਹੀਂ ਆਈ ਉਹਦੇ ਅੰਦਰ ਧਰਮ ਨਹੀਂ ਆ ਸਕਦਾ। ਇਸੇ ਤਰੀਕੇ ਨਾਲ ਇਸ ਤੁਕ ਵਿੱਚ ਵੀ ਸਮਝਣਾ ਹੈ ਕਿ ਅਸੰਖ ਗਲਵੱਡ ਹੱਤਿਆ ਕਮਾਹੇ, ਗਲੇ ਵੱਢ ਵੱਢ ਕੇ ਜਿਹੜੇ ਹੱਤਿਆ ਕਮਾ ਰਹੇ ਹਨ,
असंख पापी पाप कर जाहे। असंਖ ही पापी ਹਨ ਜਿਹੜੇ ਪਾਪ ਕਰ ਕਰਕੇ ਇਸ ਦੁਨੀਆ ਤੋਂ ਤੁਰੀ ਜਾਂਦੇ ਆ। ਪਾਪ ਦੱਸਿਆ ਗਿਆ ਸੀਗਾ ਅਜਿਹਾ ਕਰਮ ਜਿਹਦੇ ਨਾਲ ਦੂਸਰੇ ਨੂੰ ਕਿਸੇ ਵੀ ਤਰੀਕੇ ਦੀ ਚੋਟ ਪਹੁੰਚੇ, ਕਿਸੇ ਦਾ ਹਿਰਦਾ ਜਿਹੜਾ ਹੈ ਉਹ ਦੁਖੀ ਹੋਵੇ, ਦੂਜੇ ਦਾ ਨੁਕਸਾਨ ਹੋਵੇ, ਉਹ ਪਾਪ ਹੈ। ਵਿਕਾਰ ਹੈ ਸਿਰਫ ਤੇ ਸਿਰਫ ਅਜਿਹਾ ਕਰਮ ਜਿਹਦੇ ਨਾਲ ਕਰਨ ਨਾਲ ਮੇਰਾ ਆਪਣਾ ਨੁਕਸਾਨ ਹੋਇਆ, ਤੇ ਪਾਪ ਅਜਿਹਾ ਕਰਮ ਜੋ ਕਰਨ ਦੇ ਨਾਲ ਕਿਸੇ ਦੂਜੇ ਦਾ ਵੀ ਮੈਂ ਨੁਕਸਾਨ ਕਰ ਦਿੱਤਾ। ਅਸੰਖ ਕੂੜਿਆਰ ਕੂੜੇ ਫਿਰਾਹੇ। ਕੂੜਿਆਰ ਮਤਲਬ ਝੂਠੇ ਮਨੁੱਖ, ਜਿਨ੍ਹਾਂ ਦਾ ਸੁਭਾਅ ਵੀ ਝੂਠ ਬੋਲਣਾ ਹੀ ਪਸੰਦ ਹੈ। ਕੂੜੇ ਫਿਰਾਹੇ, ਉਹ ਝੂਠ ਵਿੱਚ ਹੀ ਉਲਝੇ ਰਹਿੰਦੇ ਆ, ਵਿਕਾਰਾਂ ਵਿੱਚ ਹੀ ਉਲਝੇ ਰਹਿੰਦੇ ਆ। ਅਜਿਹੇ ਮਨੁੱਖ ਜਿਹੜੇ ਆ ਕਿਤੇ ਨਾ ਕਿਤੇ ਇਸ ਵਿੱਚ ਆਪਾਂ ਵੀ ਆ, ਕਿਉਂਕਿ ਤਾਂ ਹੀ ਤੇ ਅਸੀਂ ਸੱਚਿਆਰ ਬਣਨਾ ਚਾਹੁੰਦੇ ਹਾਂ। ਜੇ ਸੱਚਿਆਰ ਦੀ ਗੱਲ ਕਰੀਏ ਤੇ ਉਹਦਾ ਆਪੋਜ਼ਿਟ ਕੂੜਿਆਰ ਹੀ ਹੋਇਆ ਨਾ, ਕਿ ਅਸੀਂ ਸਾਰੇ ਕੂੜਿਆਰ ਆ ਕਿਤੇ ਨਾ ਕਿਤੇ, ਪਰ ਹਾਂ ਗੁਰੂ ਨਦਰ ਕਰੇ ਤੇ ਉਹ ਫਿਰ ਸਾਨੂੰ ਕਾਂ ਤੋਂ ਹੰਸ ਦੀ ਪਦਵੀ ਦੇ ਸਕਦੇ ਹਨ। ਇਹ ਗੁਰੂ ਦੀ ਮੌਜ ਹੈ। ਅਜੇ ਤੇ ਅਸੀਂ ਕਾਂ ਵਾਂਗੂ ਸਿਰਫ ਤੇ ਸਿਰਫ ਬਿੱਖ ਖਾਣਾ ਸਾਡਾ ਸੁਭਾਅ ਹੈ, ਬਿੱਖ ਖਾਣ ਵੱਲ ਜ਼ਿਆਦਾ ਧਿਆਨ ਦਿੰਦੇ ਆ, ਪਰ ਗੁਰੂ ਸਾਹਿਬ ਚਾਹਣ ਤੇ ਸਾਨੂੰ ਵੀ ਹੰਸ ਵਰਗਾ ਬਣਾ ਸਕਦੇ। ਇਹ ਉਹਨਾਂ ਦੀ ਮੌਜ ਹੈ। ਗੁਰੂ ਸਾਹਿਬ ਕਹਿ ਰਹੇ ਆ ਕਿ ਅਸੰਖ ਕੂੜਿਆਰ ਕੂੜੇ ਫਿਰਾਏ, ਯਾਨੀ ਕਿ ਅਸੰਖ ਹੀ ਝੂਠੇ ਮਨੁੱਖ ਹਨ ਜਿਹੜੇ ਸਿਰਫ ਤੇ ਸਿਰਫ ਝੂਠ ਬੋਲਣ ਵਿੱਚ ਹੀ ਉਲਝੇ ਰਹਿੰਦੇ ਆ, ਝੂਠ ਬੋਲਣ ਦਾ ਹੀ ਸਵਾਦ ਲੈਂਦੇ ਰਹਿੰਦੇ ਆ। ਅਸੰਖ ਮਲੇਛ ਮਲ ਭਖ ਖਾਹੇ। ਮਲ ਭਖ ਖਾਏ ਤੋਂ ਭਾਵ ਗੰਦਾ ਖਾਣਾ, ਮਲੇਛ ਜਿਹੜਾ ਗੰਦਾ ਖਾਂਦੇ ਹਨ, ਜਿਹੜਾ ਚੰਗਾ ਨਹੀਂ ਖਾਂਦੇ। ਕਹਿਣ ਤੋਂ ਭਾਵ ਜੋ ਗੁਰੂ ਸਾਹਿਬ ਨੇ ਸਾਨੂੰ ਕੁਦਰਤੀ ਜੋ ਚੀਜ਼ਾਂ ਬਖਸ਼ੀਆਂ ਉਹਨੂੰ ਛੱਡ ਕੇ ਹੋਰ ਤੇ ਹੋਰ ਤੇ ਹੋਰ, ਤੇ ਗੁਰੂ ਸਾਹਿਬ ਸਾਨੂੰ ਆਪ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਕਿ ਜੇ ਤੇ ਕੁਝ ਹੋਰ ਤੂੰ ਖਾਣਾ ਹੈ ਨਾ, ਜੋ ਤੈਨੂੰ ਜਿਹੜੀ ਤੇਰੀ ਲੋੜ ਹੈ ਉਸ ਤੋਂ ਵੱਧ ਤੂੰ ਖਾਣਾ ਹੈ, ਤੇ ਫਿਰ ਕੀ ਹੁੰਦਾ ਜੀ, ਤੇਰੀ ਜਿਹੜੀ ਖੁਸ਼ੀ ਖੁਆਰ ਹੋ ਜਾਂਦੀ। ਕਹਿਣ ਤੋਂ ਭਾਵ ਤੂੰ ਆਪਣਾ ਨੁਕਸਾਨ ਕਰ ਲੈਂਦਾ ਹੈ। ਜਿਤ ਖਾਦਾ ਤਨ ਪੀੜੀ ਹੈ ਮਨ ਮਹਿ ਚਲੇ ਵਿਕਾਰ। ਇਹਦੇ ਨਾਲ ਤਨ ਤੇ ਦੁਖੀ ਹੁੰਦਾ ਹੀ ਹੈ, ਤਨ ਨੂੰ ਤਾਂ ਕਸ਼ਟ ਹੁੰਦਾ ਹੀ ਹੈ ਜੇ ਅਸੀਂ ਲੋੜ ਨਾਲੋਂ ਵੱਧ ਖਾਂਦੇ ਹਾਂ। ਤੇ ਨਾਲ ਦੇ ਨਾਲ ਗੁਰੂ ਸਾਹਿਬ ਨੇ ਸਮਝਾਇਆ ਮਨ ਮਹਿ ਚਲਾ ਵਿਕਾਰ, ਜੀ ਜੇਬ ਦਾ ਜੋ ਤੂੰ ਖਾਣਾ ਖਾਂਦਾ ਹੈ ਨਾ, ਜੋ ਭੋਜਨ ਖਾਣਾ ਹੈ, ਲੰਗਰ ਗ੍ਰਹਿਣ ਕਰਦਾ ਹੈ, ਕਿਤੇ ਨਾ ਕਿਤੇ ਉਹਦੇ ਨਾਲ ਤੇਰਾ ਮਨ ਜਿਹੜਾ ਹੈ ਨਾ ਉਹ ਵੀ ਪ੍ਰਭਾਵਿਤ ਹੁੰਦਾ ਹੈ। ਮਨ ਮਹਿ ਚਲੇ ਵਿਕਾਰ, ਇਸ ਤੁਕ ਨੂੰ ਆਪ ਜੀ ਆਪ ਖੁਦ ਵਿਚਾਰ ਸਕਦੇ ਹੋ ਜੀ, ਸਿਰਫ ਪ੍ਰਮਾਣ ਉੱਤੇ ਇੱਥੇ ਦੱਸੀ ਜਾ ਰਹੀ ਹੈ। ਅਸੰਖ ਕੂੜਿਆਰ ਕੂੜੇ ਫਿਰਾਹੇ, ਜਿਹੜੇ ਝੂਠੇ ਜਿਹੜੇ ਮਨੁੱਖ ਹਨ ਉਹ ਸਿਰਫ ਤੇ ਸਿਰਫ ਕੀ ਕਰਦੇ ਆ ਜੀ, ਝੂਠ ਹੀ ਝੂਠ, ਪੂਰੀ ਜ਼ਿੰਦਗੀ ਸਿਰਫ ਤੇ ਸਿਰਫ ਝੂਠ ਹੀ ਬੋਲਦੇ ਰਹਿੰਦੇ ਆ। ਅਸੰਖ ਮਲੇਛ ਮਲ ਭਖ ਖਾਹੇ, ਜਿਹੜੇ ਮਲੇਛ ਬੁੱਧੀ ਵਾਲੇ ਹਨ, ਜਿਹੜੇ ਖੋਟੀ ਬੁੱਧੀ ਵਾਲੇ ਹਨ, ਉਹ ਕੀ ਕਰਦੇ ਆ, ਸਿਰਫ ਤੇ ਸਿਰਫ ਗੰਦ ਹੀ ਖਾਣਾ ਪਸੰਦ ਕਰਦੇ ਆ। ਇਹਨੂੰ ਅਸੀਂ ਭਾਵ ਐਵੇਂ ਵੀ ਲੈ ਸਕਦੇ ਹਾਂ ਕਿ ਇੱਕ ਹੋ ਗਏ ਜਪੀ ਜਿਹੜੇ ਪਾਠ ਕਰਨਾ ਪਸੰਦ ਕਰਦੇ ਆ, ਇੱਕ ਹੋ ਗਏ ਵਿਕਾਰੀ ਜਿਹੜੇ ਵਿਕਾਰ ਵਿੱਚ ਉਲਝੇ ਰਹਿੰਦੇ ਆ। ਤੇ ਅਜਿਹੇ ਮਨੁੱਖਾਂ ਨੂੰ ਸਿਰਫ ਕੋਈ ਨਾ ਕੋਈ ਵਿਕਾਰ ਵਿੱਚ ਉਲਝਣਾ ਹੀ ਪਸੰਦ ਰਹਿੰਦਾ ਹੈ। ਅਸੰਖ ਨਿੰਦਕ ਸਿਰ ਕਰਹਿ ਭਾਰ। ਅਸੰਖ ਹੀ ਨਿੰਦਕ ਨੇ ਜਿਹੜੇ ਆਪਣੇ ਸਿਰ ਤੇ ਭਾਰ ਚੁੱਕੀ ਫਿਰਦੇ ਹਨ। ਕਹਿਣ ਤੋਂ ਭਾਵ ਹੈ ਬਿਨਾਂ ਮਤਲਬ ਦਾ। ਨਿੰਦਕ ਕਿਹਨੂੰ ਕਵਾਂਗੇ? ਨਿੰਦਕ ਉਹ ਹੋ ਸਕਦਾ ਹੈ ਜਿਹੜਾ ਨਿੰਦਾ ਕਰੇ। ਤੇ ਸਭ ਤੋਂ ਪਹਿਲਾਂ ਸਾਨੂੰ ਨਿੰਦਾ ਸਮਝਣਾ ਪਏਗਾ, ਕਿਉਂਕਿ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਭੁਲੇਖਾ ਕਰਨੇ ਆ। ਨਿੰਦਾ ਹੁਣ ਇੱਕ ਚੀਜ਼ ਦੀ ਜੋ ਹਕੀਕਤ ਹੈ, ਉਸ ਹਕੀਕਤ ਨੂੰ ਬਿਆਨ ਨਾ ਕਰਕੇ ਉਸ ਤੋਂ ਘੱਟ ਦੱਸਣਾ, ਉਹ ਹੋ ਗਈ ਨਿੰਦਾ। ਕਿਸੇ ਵੀ ਚੀਜ਼ ਨੂੰ ਮੰਨ ਲਵੋ ਫੁੱਲ ਹੈ, ਫੁੱਲ ਨੂੰ ਕੋਈ ਕੰਡਾ ਕਹਿ ਦੇਵੇ ਤੇ ਉਹਦੀ ਨਿੰਦਾ ਕਰ ਰਿਹਾ ਹੈ। ਉਹ ਹੈ ਤਾਂ ਫੁੱਲ, ਉਹਦਾ ਕੰਮ ਹੈ ਖੁਸ਼ਬੂ ਦੇਣਾ, ਤੇ ਅਸੀਂ ਉਹਨੂੰ ਕਹਿ ਰਹੇ ਜੀ ਉਹ ਤੇ ਕੰਡੇ ਵਾਂਗੂ ਹੈ, ਉਹ ਤੇ ਚੁਭਦਾ ਹੈ, ਉਹ ਨਿੰਦਾ ਕਰ ਰਹੇ ਹਾਂ ਅਸੀਂ। ਤੇ ਇਹਦਾ ਧਿਆਨ ਰੱਖਣਾ ਪਏਗਾ। ਕਈ ਵਾਰ ਅਸੀਂ ਹੁਣ ਕਹਿ ਦਿੰਦੇ ਹਾਂ ਜੀ ਕੋਈ ਵੀ ਗੱਲ ਹੋਵੇ ਨਿੰਦਾ ਨਹੀਂ ਕਰਨੀ ਚਾਹੀਦੀ। ਸੱਚ ਬੋਲਣਾ ਔਰ ਨਿੰਦਾ ਕਰਨ ਵਿੱਚ ਬਹੁਤ ਜ਼ਿਆਦਾ ਫਰਕ ਹੈ। ਸੋਨੇ ਨੂੰ ਸੋਨਾ ਕਹਿਣਾ ਕੋਈ ਗਲਤ ਨਹੀਂ ਹੈ,
ਅਗਰ ਆਪ ਜੀ ਦੇ ਸਾਹਮਣੇ ਕੋਈ ਗਲਤ ਹੋ ਰਹੀ ਹੈ ਕੋਈ ਚੀਜ਼, ਉਸ ਨੂੰ ਆਪ ਜੀ ਗਲਤ ਕਹਿ ਰਹੇ ਹੋ, ਉਹ ਨਿੰਦਾ ਨਹੀਂ ਹੈ। ਸਾਡੇ ਸਾਹਮਣੇ ਅਗਰ ਕੁਝ ਗਲਤ ਹੋ ਰਿਹਾ ਹੈ, ਅਸੀਂ ਉਹਦੇ ਖਿਲਾਫ ਆਵਾਜ਼ ਚੱਕ ਰਹੇ ਹਾਂ, ਤਾਂ ਉਹ ਨਿੰਦਾ ਨਹੀਂ ਹੈ। ਨਿੰਦਾ ਹੋਈ ਹੈ ਕਿ ਹਕੀਕਤ ਕੁਝ ਹੋਰ ਹੋਵੇ, ਦੱਸੀ ਕੁਝ ਹੋਰ ਜਾ ਰਹੀ ਹੋਵੇ। ਕਹਿਣ ਤੋਂ ਭਾਵ ਚੀਜ਼ ਨੂੰ ਘਟਾ ਕੇ ਬਿਆਨ ਕਰਨ ਦੀ ਕੋਸ਼ਿਸ਼ ਕਰਨਾ, ਉਹ ਨਿੰਦਾ ਹੋਈ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਅਸੰਖ ਨਿੰਦਕ, ਅਜਿਹੇ ਅਸੰਖ ਹੀ ਨਿੰਦਕ ਇਸ ਕੁਦਰਤ ਵਿੱਚ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਜਿਹੜੇ ਆਪਣੇ ਸਿਰ ਤੇ ਫਾਲਤੂ ਦਾ ਹੀ ਜਿਹੜਾ ਹੈ ਉਹ ਭਾਰ ਪਾਈ ਜਾ ਰਹੇ ਹਨ ਨਿੰਦਾ ਕਰ ਕਰਕੇ। ਕਾਰਨ ਕੀ ਹੁੰਦਾ ਹੈ? ਕਿਉਂਕਿ ਜਦ ਅਸੀਂ ਕਿਸੇ ਚੰਗੇ ਦੀ ਨਿੰਦਾ ਕਰਦੇ ਹਾਂ, ਚੰਗੇ ਦੀ ਅਗਰ ਨਿੰਦਾ ਕਰਦੇ ਹਾਂ ਜਦਕਿ ਉਹ ਡਿਜ਼ਰਵ ਨਹੀਂ ਕਰਦਾ, ਤੇ ਕਿਤੇ ਨਾ ਕਿਤੇ ਫਿਰ ਸਾਡੇ ਸਿਰ ਤੇ ਭਾਰ ਪੈਂਦਾ ਹੈ। ਇਸ ਲਈ ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਹੈ ਕਿ ਅਜਿਹੀ ਨਿੰਦਾ ਤੋਂ ਬਚਣਾ ਵੀ ਚਾਹੀਦਾ ਹੈ। ਪਰ ਕੁਦਰਤ ਵਿੱਚ ਅਜਿਹੇ ਬੇਅੰਤ ਹਨ ਜਿਹੜੇ ਨਿੰਦਾ ਵੀ ਕਰ ਰਹੇ ਹਨ। ਨਾਨਕ ਨੀਚ ਕਹੈ ਵਿਚਾਰ। ਇਹ ਗੁਰੂ ਸਾਹਿਬ ਦੀ ਵਡਿਆਈ ਹੈ ਕਿ ਉਹ ਆਪਣੇ ਆਪ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਆਪ ਨੂੰ ਅਜਿਹੀ ਸ਼੍ਰੇਣੀ ਵਿੱਚ ਖੜਾ ਕਰਨਾ ਚਾਹੁੰਦੇ ਹਨ। ਨੀਚ, ਨੀਚ ਅਜਿਹਾ ਮਨੁੱਖ ਜਿਹਦੇ ਕਰਮ ਜਿਹੜੇ ਆ ਉਹ ਚੰਗੇ ਨਹੀਂ, ਬਹੁਤ ਹੀ ਗੰਦੇ ਕਰਮਾਂ ਵਾਲਾ ਮਨੁੱਖ। ਪਰ ਇਹ ਗੁਰੂ ਨਾਨਕ ਦੀ ਵਡਿਆਈ ਹੈ, ਉਹਨਾਂ ਦਾ ਨਿਮਾਣਾਪਨ ਹੈ ਕਿ ਉਹ ਅਜਿਹੀ ਕੁਦਰਤ ਦੀ ਵਿਚਾਰ ਕਰ ਰਹੇ ਹਨ ਜੋ ਨਾਲੇ ਦੀ ਬਦਬੂ ਵਰਗੀ ਇਹ ਕਹਿ ਸਕਦੇ ਹਾਂ ਆਪਾਂ, ਕਿ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਮਾੜੇ ਮਨੁੱਖ ਵੀ ਇਸ ਕੁਦਰਤ ਵਿੱਚ ਹਨ, ਮਾੜੇ ਜੀਵ ਵੀ ਇਸ ਕੁਦਰਤ ਵਿੱਚ ਹਨ, ਤੇ ਆਪਣੇ ਆਪ ਨੂੰ ਉਹਨਾਂ ਨੇ ਉਹਨਾਂ ਦੇ ਨਾਲ ਹੀ ਖੜਾ ਕਰਕੇ ਹੀ ਦੱਸਿਆ ਕਿ ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ। ਇਹ ਉਹਨਾਂ ਦਾ ਨਿਮਾਣਾਪਨ ਹੈ। ਪਰ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਸਾਹਿਬ ਕੀ ਹਨ, ਦੱਸਣ ਦੀ ਲੋੜ ਨਹੀਂ ਹੈ। ਵਾਰਿਆ ਨਾ ਜਾਵਾ ਏਕ ਵਾਰ, ਇੱਕ ਵਾਰ ਵੀ ਵਾਰਨੇ ਬਲਿਹਾਰੇ ਨੇ ਨਹੀਂ ਜਾ ਸਕਦਾ ਅਜਿਹੀ ਕੁਦਰਤ ਤੋਂ, ਅਜਿਹੀ ਮਹਾਨ ਸ਼ਖਸੀਅਤ ਤੋਂ ਜਿਹੜੀ ਸਾਡੀ ਸੋਚ ਤੋਂ ਪਰੇ ਹੈ, ਉਸ ਅਕਾਲ ਪੁਰਖ ਤੋਂ, ਉਹਦੀ ਕੁਦਰਤ ਤੋਂ। ਜੋ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗਦਾ ਹੈ, ਸਾਈ ਭਲੀ ਕਾਰ, ਉਹੀ ਗੱਲ ਸਿਰਫ ਤੇ ਸਿਰਫ ਚੰਗੀ ਹੈ, ਉਹੀ ਕੰਮ ਚੰਗਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਸੱਚੇ ਪਿਤਾ ਜੀ, ਤੁਸੀਂ ਹਮੇਸ਼ਾ ਲਈ ਸਲਾਮਤ ਹੋ, ਅਟਲ ਹੋ, ਨਿਰੰਕਾਰ, ਤੁਹਾਡਾ ਕੋਈ ਆਕਾਰ ਨਹੀਂ ਹੈ। ਇੱਕ ਗੱਲ ਸਿਰਫ ਕਹਿ ਕੇ ਮੈਂ ਸਮਾਪਤੀ ਕਰਨਾ ਚਾਹਾਂਗਾ। ਕਈ ਵਾਰ ਵੇਖਿਆ ਗਿਆ ਹੈ ਕਿ ਅਸੀਂ ਅਰਥ ਵੀ ਸੁਣ ਲਿੱਤੇ, ਪਾਠ ਵੀ ਕਰ ਲਿੱਤਾ, ਪਰ ਉਸ ਨੂੰ ਥੋੜਾ ਜਿਹਾ ਪ੍ਰੈਕਟੀਕਲੀ ਆਪਣੇ ਜੀਵਨ ਤੇ ਢਾਲਣ ਦੀ ਕੋਸ਼ਿਸ਼ ਨਹੀਂ ਕਰਦੇ। ਕਹਿਣ ਤੋਂ ਭਾਵ ਅਸੀਂ ਉਸ ਤੋਂ ਸਿੱਖਿਆ ਲੈ ਕੇ ਦੇਖਣਾ ਹੈ ਕਿ ਅਸੀਂ ਕਿੱਥੇ ਖੜੇ ਹਾਂ। ਪਹਿਲੇ ਵੀ ਬੇਨਤੀ ਕੀਤੀ ਸੀਗੀ ਕਿ ਪੌੜੀ ਰੋਜ਼ ਚੜ੍ਹਦੇ ਪਏ ਆ, ਰੋਜ਼ ਚੜ੍ਹਦੇ ਪਏ ਆ, ਪਰ ਰੋਜ਼ ਚੜ੍ਹ ਕੇ ਕਿਤੇ ਨਾ ਕਿਤੇ ਤਿਲਕੀ ਜਾ ਰਹੇ। ਕਹਿਣ ਤੋਂ ਭਾਵ ਮੰਜ਼ਿਲ ਤੇ ਨਹੀਂ ਪਹੁੰਚ ਪਾ ਰਹੇ। ਉਹਦਾ ਕਾਰਨ ਸਮਝਣ ਦੀ ਵੀ ਕੋਸ਼ਿਸ਼ ਕਰਨੀ ਹੈ ਕਿ ਵਾਹਿਗੁਰੂ ਜੀ ਸਾਨੂੰ ਸੋਝੀ ਬਖਸ਼ਣ। ਬਾਬਾ ਜੀ, ਅਸੀਂ ਆਖਿਰ ਕਿੱਥੇ ਖੜੇ ਹਾਂ? ਵੇਖਦੇ ਹਾਂ ਕਿ ਅਜੇ ਵੀ ਸਾਡਾ ਜਿਹੜਾ ਮਨ ਹੈ ਉਹ ਕਿਤੇ ਨਿੰਦਾ ਚੁਗਲੀ ਵੱਲ ਤੇ ਨਹੀਂ ਹੈ। ਜੇ ਹੈ ਤੇ ਸਾਨੂੰ ਵਿਚਾਰਨਾ ਚਾਹੀਦਾ। ਬਾਬਾ ਜੀ, ਤੁਸੀਂ ਕਿਰਪਾ ਕਰੋ, ਤੁਹਾਡੀ ਕਿਰਪਾ ਸਦਕਾ ਅਸੀਂ ਚੁਗਲੀ ਛੱਡਦੇ ਹਾਂ। ਅਸੀਂ ਕੁਦਰਤ ਨੂੰ ਵੇਖ ਕੇ ਇਹਦੇ ਵਿੱਚ ਵਿਚਰ ਕੇ ਇਸ ਤੋਂ ਬਹੁਤ ਕੁਝ ਸਿੱਖਣਾ ਹੈ, ਗੁਣ ਲੈਣੇ ਆ, ਤੇ ਜਿਹੜੀ ਬੁਰਾਈ ਹੈ ਉਹਨੂੰ ਛੱਡੀ ਜਾਣਾ। ਅਕਸਰ ਹੁੰਦਾ ਕੀ ਹੈ, ਕੰਨ ਜਿਹੜੇ ਆ ਇਹ ਚੰਗਿਆਈ ਸੁਣਨ ਨੂੰ ਤੇ ਭੱਜਦੇ ਆ। ਕੋਈ ਬਸ ਇੱਕ ਸਾਡੀ ਵਡਿਆਈ ਕਰੇ ਸਹੀ, ਤੇ ਹਲਕੀ ਜਿਹੀ ਕੋਈ ਬੁਰਾਈ ਕਰਦੇ ਤੇ ਬਸ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦੀ। ਤੇ ਇਹ ਸਾਨੂੰ ਸਿੱਖਣਾ ਹੈ। ਦੇਖੋ ਗੁਰੂ ਸਾਹਿਬ ਆਪਣੇ ਆਪ ਨੂੰ ਕਿੰਨਾ ਵੱਡਾ ਉਹਨਾਂ ਦਾ ਨਿਮਾਣਾਪਨ ਹੈ। ਉਹ ਜਦ ਤੁਕ ਲਿਖਦੇ ਆ ਤੇ ਕਹਿੰਦੇ ਨਾਨਕ ਨੀਚ ਕਹੈ ਵਿਚਾਰ। ਆਪਣੇ ਆਪ ਨੂੰ ਦੇਖੋ ਕਿੱਥੇ ਖੜਾ ਕਰਕੇ ਸਾਨੂੰ ਦੱਸਣਾ ਚਾਹੁੰਦੇ ਆ। ਜੇ ਕਿਸੇ ਦੇ ਬਾਰੇ ਉਹ ਦੱਸਣਾ ਚਾਹੁੰਦੇ ਆ ਤੇ ਪਹਿਲੇ ਆਪਣੇ ਆਪ ਨੂੰ ਉੱਥੇ ਖੜਾ ਕੀਤਾ। ਪਰ ਹੁਣ ਸਾਨੂੰ ਵੇਖਣਾ ਪਏਗਾ ਕਿ ਅਸੀਂ ਉਹਦੇ ਹੀ ਸਿੱਖ ਹਾਂ। ਜੇ ਸਿੱਖ ਹਾਂ ਤੇ ਕਿਤੇ ਨਾ ਕਿਤੇ ਸਾਨੂੰ ਵੀ ਅਜਿਹੇ ਗੁਣਾਂ ਦਾ ਧਾਰਨੀ ਹੋਣਾ। ਭੂਲਾ ਚਿੱਕਾ ਦੀ ਖਿਮਾ। ਹਮੇਸ਼ਾ ਦੀ ਤਰ੍ਹਾਂ ਬੇਨਤੀ, ਜੇ ਆਪ ਜੀ ਨੇ ਕੋਈ ਵੀ ਸਵਾਲ ਅਗਰ ਪੁੱਛਣਾ ਹੋਏ ਤੇ ਕਮੈਂਟ ਬਾਕਸ ਤੇ ਲਿਖ ਸਕਦੇ ਹੋ ਜੀ। ਅਗਰ ਆਪ ਜੀ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਰ ਦਿਓ। ਵੀਡੀਓ ਨੂੰ ਸ਼ੇਅਰ ਜਾਂ ਲਾਈਕ ਕਰ ਦੇਣਾ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।